Very good afternoon, everyone. Our today's topic is Miller indices. Miller indices मतलब a scientist who suggests about all the direction and planes of the crystal. All right. So here we have a structure of crystal. So in this diagram, as we seen, O, A and OB, these are the directions. For example, ਮਾਈਲਰ ਇੰਡਸਿਸ ਦੇ ਕਨਸੈਪਟ ਦੇ ਵਿੱਚ ਮਾਈਲਰ ਇੰਡਸਿਸ ਨੇ ਡਾਇਰੈਕਸ਼ਨ ਔਰ ਪਲੇਨਸ ਦੇ ਨਾਲ ਡੀਲ ਕੀਤਾ ਕ੍ਰਿਸਟਲ ਦੇ। ਠੀਕ ਹੈ ਜੀ। ਸੋ ਆਪਾਂ ਇੱਕ ਸਿੰਪਲ ਜਿਹਾ ਕ੍ਰਿਸਟਲ ਕੰਸੀਡਰ ਕੀਤਾ, ਉਹਦੇ 'ਚ ਅਸੀਂ ਡਾਇਰੈਕਸ਼ਨਸ ਸ਼ੋਅ ਕੀਤੀਆਂ ਨੇ O A O B ਅਤੇ O C, ਜਿਹੜੀ ਉਹ ਤਿੰਨ ਡਾਇਰੈਕਸ਼ਨਸ ਨੇ ਤਿੰਨੋਂ ਐਕਸਿਸ ਦੇ ਅਲੋਂਗ। ਠੀਕ ਹੈ, ਐਕਸ ਐਕਸਿਸ, ਵਾਈ ਐਕਸਿਸ ਔਰ ਜ਼ੈਡ ਐਕਸਿਸ ਦੇ ਅਲੋਂਗ। ਸੋ ਸਭ ਤੋਂ ਪਹਿਲਾਂ ਆਪਾਂ ਇਹਨੂੰ ਟੋਪਿਕ ਨੂੰ ਸਟਾਰਟ ਕਰਦੇ ਹਾਂ ਅਤੇ ਬੋਲਦੇ ਹਾਂ ਮਾਈਲਰ ਇੰਡਸਿਸ of a plane are determined as follows. Find the intercept of the plane along x, y and z axis. ਸਭ ਤੋਂ ਪਹਿਲੇ ਆਪਾਂ 3 ਡਾਇਮੈਂਸ਼ਨਲ ਇੱਕ ਸਿਸਟਮ ਕੰਸੀਡਰ ਕਰਦੇ ਹਾਂ ਜਿਹਦੀਆਂ 3 ਡਾਇਰੈਕਸ਼ਨਸ ਹੋਣਗੀਆਂ, ਐਕਸ ਐਕਸਿਸ, ਵਾਈ ਐਕਸਿਸ ਔਰ ਜ਼ੈਡ ਐਕਸਿਸ। ਜਿੱਥੇ ਜਾ ਕੇ ਤਿੰਨੋਂ ਐਕਸਿਸ ਮੀਟ ਕਰਦੀਆਂ ਹੋਏਗਾ ਓਰੀਜਨ, ਰਾਈਟ। ਓਰੀਜਨ ਤੋਂ ਲੈ ਕੇ ਐਕਸ ਐਕਸਿਸ ਨੂੰ 3 ਪੁਆਇੰਟਸ ਆਪਾਂ ਡਰੋ ਕਰ ਦੇਣੇ ਆ। ਓਰੀਜਨ ਤੋਂ ਲੈ ਕੇ ਵਾਈ ਐਕਸਿਸ 'ਤੇ ਵੀ ਕੋਈ 3 ਪੁਆਇੰਟਸ ਡਰੋ ਕਰ ਦਿਓ, ਸਿਮਿਲਰਲੀ ਫॉर ਜ਼ੈਡ ਐਕਸਿਸ। ਸਪੋਜ਼ ਕਰੋ ਕਿ ਇਸ ਸਾਈਡ ਨੂੰ ਏ ਕੋਆਰਡੀਨੇਟ ਹੈ, ਇਸ ਸਾਈਡ ਨੂੰ ਬੀ ਔਰ ਜ਼ੈਡ ਸਾਈਡ ਨੂੰ ਸੀ। ਇੱਥੇ ਫਿਰ ਮੇਰੇ ਕੋਲ ਏ ਹੋ ਜਾਏਗਾ 2A 3A ਅਪ ਟੂ ਸੋ ਔਨ, ਸਿਮਿਲਰਲੀ B 2B 3B ਅਪ ਟੂ ਸੋ ਔਨ, ਸਿਮਿਲਰਲੀ C ਸੈਕਿੰਡ C 3C ਅਪ ਟੂ ਸੋ ਔਨ, ਰਾਈਟ। ਸੋ ਆਪਾਂ ਕੋਈ 3 ਪੁਆਇੰਟਸ ਨੂੰ ਮੀਟ ਕਰਨਾ। 3 2 2 ਹੁੰਦਾ 3 ਯਾਨੀ ਕਿ ਐਕਸ ਦਾ, 2 ਵੀ ਜ਼ੈਡ ਦਾ ਅਤੇ ਵਾਈ ਦਾ ਵੀ 2। ਠੀਕ ਹੈ। ਸੋ 3 2 2 ਨੂੰ ਆਪਾਂ ਮੀਟ ਕਰਤਾ। ਠੀਕ ਹੈ ਜੀ। ਜਦੋਂ ਆਪਾਂ ਮੀਟ ਕਰਾਂਗੇ ਆਪਣੇ ਕੋਲ ਇੱਕ ਟਰਾਈਐਂਗਲ ਬਣੇਗੀ। ਸੋ ਫਸਟ ਆਫ ਆਲ ਅਸੀਂ ਕਹਾਂਗੇ ਮਾਈਲਰ ਇੰਡਸਿਸ ਜਦੋਂ ਪਲੇਨਸ ਨੂੰ ਡਿਟਰਮਿਨ ਕਰਦਾ। ਮਾਈਲਰ ਇੰਡਸਿਸ ਦੇ ਅਕੋਰਡਿੰਗਲੀ ਜਦੋਂ ਅਸੀਂ ਪਲੇਨ ਨੂੰ ਫਾਈਂਡ ਆਊਟ ਕਰਦੇ ਹਾਂ, ਸਾਡੇ ਕੋਲ ਨੰਬਰ ਆਫ ਵੇਜ਼ ਹੁੰਦੇ ਨੇ। ਫਸਟ ਆਫ ਆਲ ਆਪਾਂ ਕਹਿੰਦੇ ਹਾਂ ਫਾਈਂਡ ਦੀ ਇੰਟਰਸੈਪਟਸ ਆਫ ਦੀ ਪਲੇਨ ਅਲੋਂਗ ਐਕਸ ਵਾਈ ਐਂਡ ਜ਼ੈਡ ਐਕਸਿਸ। ਆਪਾਂ ਇੰਟਰਸੈਪਟ ਦੇਣੇ ਆ, ਠੀਕ ਹੈ, ਪਲੇਨ ਦੇ ਐਕਸ ਵਾਈ ਅਤੇ ਜ਼ੈਡ ਦੇ ਅਲੋਂਗ। ਸਾਡੇ ਕੋਲ 3 ਕੋਆਰਡੀਨੇਟਸ ਹੋਣਗੇ, ਕਿਹੜੇ ਕਿਹੜੇ? ਐਕਸ ਵਾਈ ਅਤੇ ਜ਼ੈਡ। ਤਿੰਨੋਂ ਲਿਖ ਦੇਣੀਆਂ ਪਹਿਲੇ 3 ਡਾਇਰੈਕਸ਼ਨਸ ਐਕਸ ਵਾਈ ਅਤੇ ਜ਼ੈਡ। ਐਕਸ ਦਾ ਕੋਆਰਡੀਨੇਟ ਕੀ ਹੈ 3A, ਵਾਈ ਦਾ ਕੋਆਰਡੀਨੇਟ ਕੀ ਆ 2B ਅਤੇ ਜ਼ੈਡ ਦਾ ਕੋਆਰਡੀਨੇਟ ਕੀ ਆ 2C। ਤਿੰਨੇ ਚੀਜ਼ਾਂ ਮੈਂ ਲਿਖਤੀਆਂ ਇੱਥੇ ਐਜ਼ ਇਟ ਇਜ਼। ਸੈਕਿੰਡ ਪੁਆਇੰਟ 'ਚ ਆਪਾਂ ਕਹਿਣਾ ਵੀ ਐਕਸਪ੍ਰੈਸ ਅਸੀਂ ਕਰਨਾ ਜਿਹੜੇ ਇੰਟਰਸੈਪਟਸ ਨੇ ਐਜ਼ ਮਲਟੀਪਲ ਆਫ A B ਅਤੇ C। A B C ਤਿੰਨਾਂ ਦੇ ਕਾਹਦੇ ਮਲਟੀਪਲਸ ਨੇ? A ਦਾ ਮਲਟੀਪਲ ਕੀ 3, B ਦਾ ਮਲਟੀਪਲ ਕੀ ਆ 2, C ਦਾ ਮਲਟੀਪਲ ਵੀ ਕੀ ਆ 2। ਤਿੰਨੋਂ ਚੀਜ਼ਾਂ ਲਿਖਦੀਆਂ। ਤੀਸਰੇ ਪੁਆਇੰਟ 'ਚ ਅਸੀਂ ਕਹਿੰਦੇ ਹਾਂ ਕਿ ਟੇਕ ਰੈਸੀਪ੍ਰੋਕਲ ਆਫ ਦੈਟ ਇੰਟਰਸੈਪਟਸ। ਜਿਹੜੇ ਇੰਟਰਸੈਪਟ ਆਪਾਂ ਫਾਈਂਡ ਆਊਟ ਕਰ ਲਏ 3 2 2, ਉਹਨਾਂ ਦਾ ਰੈਸੀਪ੍ਰੋਕਲ ਕਰ ਦੇਣਾ। ਆਪਾਂ ਨੂੰ ਪਤਾ ਜਦੋਂ ਆਪਾਂ ਕਿਸੇ ਚੀਜ਼ ਦਾ ਰੈਸੀਪ੍ਰੋਕਲ ਕਰਦੇ ਹਾਂ ਦੈਟ ਮੀਨਸ 1/, ਸਮਥਿੰਗ। ਸੋ ਅਗਰ ਆਪਾਂ ਇਹਦਾ ਰੈਸੀਪ੍ਰੋਕਲ ਕਰਾਂਗੇ ਉਹ ਕੀ ਬਣੇਗਾ 1/3, ਸਿਮਿਲਰਲੀ 1/2, ਸਿਮਿਲਰਲੀ ਫॉर ਦੈਟ। ਫੋਰਥ ਪੁਆਇੰਟ 'ਚ ਅਸੀਂ ਕਹਿੰਦੇ ਹਾਂ ਰਿਡਿਊਸ ਦੀਜ਼ ਰੈਸੀਪ੍ਰੋਕਲਸ ਇਨਟੂ ਦੀ ਸਮੋਲੈਸਟ ਸੈਟ ਆਫ ਇੰਟੀਜਰਸ। ਆਪਾਂ ਸਮੋਲੈਸਟ ਸੈਟ ਆਫ ਇੰਟੀਜਰ ਦੇ ਵਿੱਚ ਇਹਨਾਂ ਰੈਸੀਪ੍ਰੋਕਲਸ ਨੂੰ ਰਿਡਿਊਸ ਕਰਨਾ। ਇਹਦਾ ਮਤਲਬ ਕੀ ਹੁੰਦਾ ਹੈ ਕਿ ਸਾਡੇ ਕੋਲ ਟੋਟਲ ਪਲੇਨ ਜਿਹੜੇ ਬਣਦੇ ਆ ਨਾ, ਪੋਸੀਬਲ ਪਲੇਨ ਹੁੰਦੇ ਆ 6। ਜੇ ਪੋਸੀਬਲ ਪਲੇਨ 6 ਆ, ਸਭ ਨੇ 6 ਦੇ ਨਾਲ ਮਲਟੀਪਲਾਈ ਹੋ ਜਾਣਾ ਰੈਸੀਪ੍ਰੋਕਲ ਇੰਟਰਸੈਪਟਸ ਨੇ। ਜਦੋਂ ਇਹਨੂੰ ਮਲਟੀਪਲਾਈ ਕਰਾਂਗੇ ਅਸੀਂ 6 ਇੰਟੂ ਇਹ ਕੀ ਬਣ ਗਿਆ 3 2 ਜਾਂ 6, ਇੱਧਰ ਵੀ 3 2 ਜਾਂ 6, ਸਿਮਿਲਰਲੀ 3 2 ਜਾਂ 6। ਸੋ 1/2 2, 1/3 3, 1/3 3। ਠੀਕ ਹੈ। ਇਹਦਾ ਮਤਲਬ ਆਪਾਂ ਰਿਡਿਊਸ ਕਰਤੇ ਰੈਸੀਪ੍ਰੋਕਲਸ ਵੀ ਅਗੇਨ, ਰਾਈਟ। ਆਫਟਰ ਦੈਟ ਸਾਡੇ ਕੋਲ ਆ ਜਾਂਦੀ ਹੈ ਟਰਮ ਇਨਕਲੋਜ਼ ਇਨਟੂ ਪੈਰੈਂਥੀਸਿਸ। ਜੋ ਟਰਮ ਸਾਡੇ ਕੋਲ ਬਣਦੀ ਹੈ 2 3 3, ਉਹਨੂੰ ਆਪਾਂ ਪੈਰੈਂਥੀਸਿਸ ਦੇ ਵਿੱਚ ਲਿਖ ਦਿੰਦੇ ਹਾਂ। ਠੀਕ ਆ। ਮਾਈਲਰ ਇੰਡਸਿਸ ਆਫ ਅ ਪਲੇਨ, ਮਾਈਲਰ ਇੰਡਸਿਸ ਜਿਹੜਾ ਵਾ ਪਲੇਨ ਨੂੰ ਡਿਨੋਟ ਕਰਦਾ HK ਅਤੇ L ਦੇ ਨਾਲ। ਮੰਨ ਲਓ ਜੇ 3 ਟਰਮਸ ਹੈ ਨਾ, ਇੱਕ ਬਣੂਗੀ H, ਇੱਕ K, ਇੱਕ L। ਠੀਕ ਹੈ ਜੀ। ਆਫਟਰ ਦੈਟ ਅਸੀਂ ਕਿਹਾ ਸਪੋਜ਼ ਕਰੋ N1A N2B ਐਂਡ N2C ਆਰ ਦੀ ਕੋਆਰਡੀਨੇਟਸ of the intercept made by the plane on the 3 crystallographic axes. So the Miller indices are given as we know that ਜਦੋਂ ਆਪਣੇ ਕੋਲ ਨੰਬਰ ਆਫ ਕੋਆਰਡੀਨੇਟਸ ਆ ਜਾਂਦੇ ਆਪਾਂ ਉਹਨਾਂ ਦਾ ਰੈਸੀਪ੍ਰੋਕਲ ਕਰਦੇ ਹਾਂ। ਠੀਕ ਹੈ। ਜੇ ਅਸੀਂ ਇਹਨਾਂ ਦਾ ਰੈਸੀਪ੍ਰੋਕਲ ਕਰਾਂਗੇ ਉਹ ਕਿਹਾ 1/N1 ਇੰਟੂ 1/N2 ਇੰਟੂ 1/N3। ਸੋ ਇਹ ਕਾਹਦੇ ਇਕੁਅਲ ਹੁੰਦਾ? ਆਪਾਂ ਕਿਹਾ ਕਿ ਮਾਈਲਰ ਇੰਡਸਿਸ ਜਿਹੜਾ ਪਲੇਨ ਨੂੰ ਡਿਨੋਟ ਕਰਦਾ ਕਿਹਦੇ ਨਾਲ? HK ਅਤੇ L ਦੇ ਨਾਲ। ਠੀਕ ਹੈ ਜੀ। ਸੋ ਦੀ ਫੈਮਲੀਜ਼ ਆਫ ਪਲੇਨ ਵਿਦ ਮੈਂਬਰਸ, ਸਾਡੇ ਕੋਲ ਇੱਕ ਪਲੇਨਸ ਦੀ ਫੈਮਿਲੀ ਬਣ ਗਈ, ਉਹਨਾਂ ਦੇ ਮੈਂਬਰ ਸੀਗੇ 2 3 3।
ਇਹਦੇ ਪੋਸੀਬਲ ਵੇ ਦੇ ਨਾਲ ਅਰੇਂਜ ਕਰ ਦਿੰਦੇ ਇਹਨੂੰ। ਫਿਰ ਆ ਜਾਏਗਾ 3 2 3। ਤੀਸਰਾ ਪੋਸੀਬਲ ਅਰੇਂਜਮੈਂਟ ਕੀ ਹੋ ਜਾਏਗਾ ਮੇਰੇ ਕੋਲ 3 3 2। ਠੀਕ ਹੈ, ਇੱਥੇ ਲਿਖਿਆ ਗਿਆ ਵਾ ਬਾਰ ਦੇ ਨਾਲ। ਇਹਦਾ ਮਤਲਬ ਹੁੰਦਾ ਜਦੋਂ ਆਪਾਂ ਨੈਗੇਟਿਵ ਐਕਸਿਸ ਦੇ ਅਲੋਂਗ ਲੈ ਕੇ ਜਾਂਦੇ ਹਾਂ, ਜਦੋਂ 3 ਨੈਗੇਟਿਵ ਹੋਏਗਾ ਉਹਨੂੰ ਬਾਰ ਨਾਲ ਲਿਖ ਦਿੱਤਾ। ਠੀਕ ਹੈ, ਇੱਕ ਨੈਗੇਟਿਵ ਹੋਊਗਾ ਐਕਸਿਸ ਯਾਨੀ ਕਿ 3 2 2। ਸਿਮਿਲਰਲੀ ਇੱਧਰ 2 ਨੈਗੇਟਿਵ ਕਰ ਦਿਓ ਕਿ ਬਣ ਗਿਆ 2 3 3। ਹੁਣ ਆਪਾਂ 2 ਕੋਆਰਡੀਨੇਟ ਕੋਈ ਵੀ ਨੈਗੇਟਿਵ ਕਰ ਦਿੰਦੇ ਹਾਂ ਅਤੇ ਨੈਗੇਟਿਵ ਦੇ ਲਈ ਅਸੀਂ ਇੱਥੇ ਬਾਰ ਲਿਖਦੇ ਹਾਂ। ਠੀਕ ਹੈ ਜੀ, ਸੋ ਆਪਾਂ ਨੂੰ ਪਤਾ ਹੈ ਕਿ ਜਿਹੜੀ ਇੱਕ ਫੈਮਿਲੀ ਹੁੰਦੀ ਹੈ ਨਾ, ਜਿਹੜੇ ਪਲੇਨ, ਉਹਨੂੰ ਅਸੀਂ ਕਰਲੀ ਬ੍ਰੈਕਟ ਨਾਲ ਡਿਨੋਟ ਕਰਦੇ ਹਾਂ। ਕਰਲੀ ਬ੍ਰੈਕਟ ਦੇ ਵਿੱਚ ਉਹ ਚੀਜ਼ ਆ ਜਾਏਗੀ 2 3 3। ਠੀਕ ਹੈ, ਫਿਰ ਅਸੀਂ ਕਹਿ ਵੀ ਦਿੰਦੇ ਕਿ ਜਿਹੜੀ ਕਰਲੀ ਬ੍ਰੈਕਟ ਆ ਉਹ ਕਿਸ ਚੀਜ਼ ਨੂੰ ਸਟੈਂਡ ਕਰਦੀ ਹੈ, ਫੈਮਿਲੀ ਪਲੇਨਸ ਨੂੰ, ਪਲੇਨਸ ਆਫ ਫੈਮਿਲੀ ਮੈਂਬਰਸ ਨੂੰ ਕਰਲੀ ਬ੍ਰੈਕਟ ਦੇ ਅੰਦਰ ਲਿਖਿਆ ਜਾਂਦਾ। ਠੀਕ ਹੈ ਜੀ, ਸੋ ਇਸ ਦੇ ਬਾਅਦ ਸਾਡੇ ਕੋਲ ਫੀਚਰਸ ਆ ਜਾਂਦੇ ਆ ਮਾਈਲਰ ਇੰਡਸਿਸ ਦੇ। ਫੀਚਰ ਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਇਨ ਕਿਊਬਿਕ ਕ੍ਰਿਸਟਲ ਦੀ ਡਾਇਰੈਕਸ਼ਨ ਆਫ HKL ਪਰਪੈਂਡੀਕੂਲਰ ਹੋਊਗੀ ਟੂ ਦੀ ਪਲੇਨ HKL, ਬਟ ਦਿਸ ਇਜ਼ ਨੋਟ ਟਰੂ ਇਨ ਅਦਰ ਕ੍ਰਿਸਟਲ ਸਿਸਟਮ। ਸੈਕਿੰਡ ਅਸੀਂ ਕਹਿੰਦੇ ਹਾਂ ਕਿ ਵੈਨ ਮਾਈਲਰ ਇੰਡਸਿਸ ਆਰ ਆਫ ਡਬਲ ਡਿਜਿਟ, ਫਿਰ ਆਪਾਂ ਉਹਨੂੰ ਕੋਮਾਸ ਦੇ ਨਾਲ ਡਿਨੋਟ ਕਰਦੇ ਹਾਂ। ਠੀਕ ਹੈ, ਫੋਰ ਐਗਜ਼ਾਮਪਲ 5, 12, 15 ਸਮਥਿੰਗ ਲਾਈਕ ਦੈਟ। ਨੈਕਸਟ ਅਸੀਂ ਕਹਿੰਦੇ ਹਾਂ ਕਿ ਇਫ ਅ ਪਲੇਨ ਇਜ਼ ਪੈਰਲਲ ਟੂ ਦੀ ਕੋਆਰਡੀਨੇਟਡ ਐਕਸਿਸ then the intercept of plane is infinity. If intercept plane is infinity, that means automatically index of that crystal is 0. ठीक है, these are some important features of Miller indices, or in other words you can say that if a plane passes through region, then the Miller indices are defined for another plane parallel to this plane and making non-zero intercepts. Since all the parallel equal spaced plane have same index members, that is HKL, right? So the planes 2 2 6 and 1 1 3 for example represent same plane, so the ratio of indices is only important for that, right? So now we going to discuss features of Miller indices. So here it is. ਫੋਰ 1 ਕੋਆਰਡੀਨੇਟ ਸਿਸਟਮ ਦੇ ਲਈ ਸਾਡੇ ਕੋਲ ਹੋਏਗਾ HK ਅਤੇ L। HKL ਕੀ ਹੁੰਦਾ, ਪਲੇਨ। ਠੀਕ ਹੈ, ਪਲੇਨ ਨੂੰ ਅਸੀਂ ਲਿਖਦੇ ਹਾਂ, ਕੋਆਰਡੀਨੇਟਸ ਨੂੰ ਲਿਖਦੇ ਹਾਂ HKL ਦੇ ਨਾਲ। ਫੋਰ ਐਗਜ਼ਾਮਪਲ ਮੇਰੇ ਕੋਲ 1 0 0 ਹੋ ਗਿਆ। ਜਦੋਂ 1 0 0 ਇਹਦਾ ਕੀ ਮਤਲਬ ਹੈ, ਮੈਂ ਇੱਕ 3 ਡਾਇਮੈਂਸ਼ਨ ਸਿਸਟਮ ਕੰਸੀਡਰ ਕਰੂੰਗੀ। ਠੀਕ ਹੈ ਜੀ, ਉਹਦੇ 'ਚ ਆਪਾਂ ਇੱਕ ਕਿਊਬ ਡਰੋ ਕਰਦੇ ਹਾਂ ਜਿਹਦੇ ਕਿ ਕੋਆਰਡੀਨੇਟਸ ਹੁੰਦੇ ਆ HK ਅਤੇ L। H ਆਪਾਂ ਨੂੰ ਪਤਾ X ਐਕਸਿਸ ਦੇ ਅਲੋਂਗ ਆਏਗਾ, K ਆਪਾਂ ਨੂੰ ਪਤਾ Y ਐਕਸਿਸ ਦੇ ਅਲੋਂਗ ਆਏਗਾ, ਸਿਮਿਲਰਲੀ L ਆਪਾਂ ਨੂੰ ਪਤਾ Z ਐਕਸਿਸ ਦੇ ਅਲੋਂਗ ਆਏਗਾ। ਆਪਾਂ ਇੱਕ ਕਿਊਬ ਡਰੋ ਕਰਤੀ। ਹੁਣ ਅਸੀਂ ਬਣਾਉਣਾ ਹੈ 1 0 0। 1 0 0 ਦਾ ਮਤਲਬ ਕੀ ਹੁੰਦਾ, ਆ ਇੱਥੇ ਕੋਆਰਡੀਨੇਟ ਕਿੰਨੇ ਆ, ਤਿੰਨੋਂ ਕੋਆਰਡੀਨੇਟਸ ਕੀ ਆ 0। ਠੀਕ ਹੈ, ਜਦੋਂ ਮੈਂ H ਕੋਆਰਡੀਨੇਟ ਲਿਆ, ਮੰਨ ਲਓ ਇੱਧਰ ਇੰਟਰਸੈਕਟ ਕੀਤਾ, ਇਹਦਾ ਮਤਲਬ A ਕੋਆਰਡੀਨੇਟ ਹੋ ਗਿਆ 1, Y ਦਾ ਕੀ ਰਹਿ ਜਾਊਗਾ ਮੇਰੇ ਕੋਲ 0, ਇੱਧਰ ਵੀ ਕੀ ਰਹਿ ਜਾਊਗਾ ਮੇਰੇ ਕੋਲ 0। ਇਹਦਾ ਮਤਲਬ ਫਰੰਟ ਪੋਰਸ਼ਨ ਜਿਹੜਾ ਉਹ ਹਾਈਲਾਈਟ ਹੋ ਜਾਏਗਾ। ਜਦੋਂ ਫਰੰਟ ਪੋਰਸ਼ਨ ਹਾਈਲਾਈਟ ਹੋ ਗਿਆ, ਆਪਾਂ ਕਹਤਾ ਅਸੀਂ ਫਸਟ ਕੋਆਰਡੀਨੇਟ ਲਿਆ। 1 ਕੋਆਰਡੀਨੇਟ ਦਾ ਹੀ ਮਤਲਬ ਹੁੰਦਾ ਇੱਕ ਕੋਆਰਡੀਨੇਟ ਲੈਣਾ, ਅਦਰ ਕੋਆਰਡੀਨੇਟ ਜਿਹੜੇ ਆਟੋਮੈਟਿਕਲੀ 0 ਕਰ ਦਿਓ। ਠੀਕ ਹੈ, ਉਹ ਕਿਹੜੀ ਡਾਇਗਰਾਮ ਬਣਦੀ ਹੈ 100 ਦੀ। ਹੁਣ 100 ਦੀਆਂ ਪੋਸੀਬਿਲਿਟੀਜ਼ ਕੀ ਹੋਣਗੀਆਂ, ਇੱਕ ਵਾਰੀ 1 ਇੱਥੇ ਆਏਗਾ, ਇੱਕ ਵਾਰੀ ਸੈਂਟਰ 'ਚ ਸ਼ਿਫਟ ਹੋ ਸਕਦਾ ਅਤੇ ਇੱਕ ਵਾਰੀ ਇੱਥੇ ਸ਼ਿਫਟ ਹੋ ਸਕਦਾ। ਆਹੀ 3 ਪੋਸੀਬਲ ਅਰੇਂਜਮੈਂਟ ਹੋਣਗੇ ਪੋਜ਼ੀਟਿਵ ਐਕਸਿਸ ਦੇ ਲਈ। ਸਿਮਿਲਰ ਅਰੇਂਜਮੈਂਟ ਹੋਣਗੇ ਨੈਗੇਟਿਵ ਐਕਸਿਸ ਦੇ ਲਈ। ਅਤੇ ਸੋ ਆਪਾਂ ਹੁਣੇ ਪੜ੍ਹਿਆ ਕਿ ਨੈਗੇਟਿਵ ਦੇ ਲਈ ਇਹਦੇ ਉੱਪਰ ਬਾਰ ਪਾ ਦੇਦੀ ਹੈ। ਠੀਕ ਹੈ, ਸਿਮਿਲਰਲੀ ਉਧਰ ਹੀ ਬਣ ਗਿਆ। ਟੋਟਲ ਸੈੱਟ ਕਿੰਨਾ ਬਣ ਗਿਆ 6 ਪਾਰਟੀਕਲਸ ਦਾ। ਠੀਕ ਹੈ ਜੀ, ਸੋ ਅਗਰ ਮੇਰੇ ਕੋਲ ਇਹ ਟੋਟਲ 6 ਬਣ ਜਾਂਦੇ ਆ, ਇਹਦਾ ਮਤਲਬ ਜਦੋਂ ਮੈਂ ਇੰਟਰਸੈਪਟਸ ਦੇਣੇ ਨੇ, ਠੀਕ ਹੈ, ਅਤੇ ਉਹ ਮੇਰੇ ਕੋਲ ਕਾਹਦੇ ਇਕੁਅਲ ਹੋਣਗੇ, ਇਹਨਾਂ ਦਾ ਆਪਾਂ ਰੈਸੀਪ੍ਰੋਕਲ ਅਗਰ ਮੰਨ ਲਓ ਕਰ ਦਈਏ, ਇੱਧਰ ਮੇਰੇ ਕੋਲ 1 ਹੀ ਆ, 1 ਰਹਿ ਜਾਏਗਾ, ਇੱਥੇ 0 ਆ ਅਤੇ 1/0 ਹੋ ਜਾਏਗਾ। 1/0 ਕੀ ਹੁੰਦਾ, ਇਨਫਿਨਿਟੀ। ਆ ਵੀ ਕੀ ਆ 1/0 ਹੋ ਗਿਆ। ਬੇਸਿਕਲੀ ਮੇਰੇ ਕੋਲ ਇੱਕ ਸੀਗਾ ਕਿ ਇੱਥੇ 1 0 ਅਤੇ 0, ਜਦੋਂ ਆਪਾਂ ਇਹਨਾਂ ਦੇ ਰੈਸੀਪ੍ਰੋਕਲ ਕਰਦੇ ਹਾਂ 1 ਹੀ ਰਹਿ ਗਿਆ। ਇਹਦਾ ਰੈਸੀਪ੍ਰੋਕਲ ਕਰਦੇ ਹੋ 1/0 ਇਨਫਿਨਿਟੀ, ਸਿਮਿਲਰਲੀ ਇਹਦਾ ਇਨਫਿਨਿਟੀ। ਇਹ ਕੀ ਹੀ ABC, ਜਾਂ ਤੁਸੀਂ ਕਹਿ ਸਕਦੇ ਹੋ HKL। ਠੀਕ ਹੈ, ਜਦੋਂ ਆਪਾਂ ਲਿਆ 2 ਕੋਆਰਡੀਨੇਟ ਸਿਸਟਮ, 2 ਕੋਆਰਡੀਨੇਟ ਸਿਸਟਮ ਦਾ ਮਤਲਬ ਹੈਗਾ ਹੁਣ ਆਪਾਂ 2 ਕੋਆਰਡੀਨੇਟ ਕੰਸੀਡਰ ਕਰਨੇ, ਤੀਜਾ 0 ਹੋਊਗਾ। ਜੇ 2 ਆਪਾਂ ਲੈਂਦੇ ਦਾ ਮਤਲਬ 1 1, ਤੀਸਰਾ ਕੀ ਹੋ ਗਿਆ ਫਿਰ 0। ਫਿਰ ਤੋਂ ਆਪਾਂ 3 ਡਾਇਮੈਂਸ਼ਨ ਸਿਸਟਮ ਲਿਆ X Y ਅਤੇ Z। ਠੀਕ ਹੈ, ਜਿਹਦੇ 2 ਫੇਸ 1 1 ਹੋਣਗੇ, ਇੱਧਰ ਆਪਾਂ ਨੂੰ ਪਤਾ ਇੱਕ 1 ਹੁੰਦਾ। ਠੀਕ ਹੈ, ਹੁਣ ਆਪਾਂ ਇੱਕ ਜਿਹੜਾ ਪੋਰਸ਼ਨ ਉਹ ਇਹਦਾ ਕੰਸੀਡਰ ਕਰਦੇ ਹਾਂ। ਇਹਦਾ ਮਤਲਬ ਇੱਥੇ ਵੀ ਕੀ ਕੋਆਰਡੀਨੇਟ ਹੋ ਗਿਆ 1, ਇੱਥੇ ਵੀ ਕੀ ਕੋਆਰਡੀਨੇਟ ਹੋ ਗਿਆ 1, ਅਤੇ ਇਹਦਾ ਕੋਈ ਨਹੀਂ ਲਿਆ,
ਇੱਥੇ ਕੀ ਹੋ ਗਿਆ 0 ਕਿਉਂਕਿ ਇੱਥੋਂ ਆਪਾਂ ਇਹਨਾਂ ਦੋਨਾਂ ਨੂੰ ਮੈਚ ਕਰਤਾ। ਸੈਂਟਰ ਪੋਰਸ਼ਨ Z ਵਾਲੀ ਐਕਸਿਸ ਦੇ ਨਾਲ ਆਪਾਂ ਟੱਚ ਵੀ ਨਹੀਂ ਕੀਤਾ, ਮਤਲਬ ਇੱਥੇ ਆਪਾਂ ਕੋਈ ਕੋਆਰਡੀਨੇਟ ਲਿਆ ਹੀ ਨਹੀਂ। ਧਿਆਨ ਨਾਲ ਦੇਖ ਲਓ ਕਿਉਂਕਿ ਜਿਹੜੀ ਕਿਊਬ ਆ ਨਾ ਉਹ ਇੱਥੇ ਬਣਦੀ ਪਈ ਆ, ਅਸੀਂ ਆਹ ਫੇਸ ਕੰਸੀਡਰ ਕਰ ਲਿਆ ਅਤੇ ਜਿਹੜਾ ਫੇਸ ਕੰਸੀਡਰ ਕੀਤਾ ਉਹ 2 'ਤੇ ਬਣਿਆ, ਇੱਕ ਤੇ X 'ਤੇ ਬਣਿਆ ਅਤੇ ਇੱਕ ਬਣਿਆ Y 'ਤੇ, Z 'ਤੇ ਉਹਦਾ ਕੋਈ ਲਿੰਕ ਨਹੀਂ ਆ। ਇਹਦਾ ਮਤਲਬ 1 1 0। ਠੀਕ ਆ। ਸੋ ਇਹਦੇ ਲਈ ਸਾਡੇ ਕੋਲ ਪੋਸੀਬਲ ਅਰੇਂਜਮੈਂਟ ਕੀ ਬਣਨਗੇ? ਸਭ ਤੋਂ ਪਹਿਲੇ ਦੇਖੋ 1 1 0, ਇੱਕ ਬਣੂਗਾ 1 0 1, ਇੱਕ 0 1 1। ਹੁਣ ਇਹਦੀਆਂ 3 ਪੋਸੀਬਿਲਿਟੀਜ਼ ਬਣ ਜਾਣੀਆਂ ਫਰਦਰ। ਉਹ ਕਿਵੇਂ ਵੀ ਇੱਕ ਨੂੰ ਨੈਗੇਟਿਵ ਲੈ ਲਓ, ਫਿਰ ਦੂਜੇ ਇਕੱਲੇ ਨੂੰ ਲੈ ਲਓ, ਫਿਰ ਪਹਿਲੇ ਦੋਨਾਂ ਨੂੰ ਲੈ ਲਓ। 0 ਨੈਗੇਟਿਵ ਲੈਣ ਦਾ ਕੋਈ ਫਾਇਦਾ ਨਹੀਂ ਹੁੰਦਾ ਕਿਉਂਕਿ 0 ਕਦੇ ਨੈਗੇਟਿਵ ਨਹੀਂ ਹੁੰਦੀ, ਨੈਚੁਰਲ ਨੰਬਰ ਆ, ਨਿਊਟਰਲ ਆ, ਉਹ ਤਾਂ ਸੇਮ ਹੀ ਰਹਿਣੀ ਨਾ। 0 'ਚ ਪਲੱਸ ਕਰ ਦਿਓ, ਸਬਟਰੈਕਟ ਕਰ ਦਿਓ, ਉਹਨੂੰ ਕੋਈ ਫਰਕ ਨਹੀਂ ਪੈਂਦਾ ਹੁੰਦਾ ਡਿਜਿਟ ਨੂੰ। ਸਿਮਿਲਰਲੀ ਜਦੋਂ 1 0 1 ਇੱਥੇ 1 ਨੈਗੇਟਿਵ ਹੋ ਸਕਦਾ, ਅਗਲੇ 'ਚ ਇਹ 1 ਹੋ ਸਕਦਾ, ਫਿਰ ਦੋਨੋਂ ਟਾਈਮਸ ਹੋ ਸਕਦਾ। ਸਿਮਿਲਰਲੀ ਇੱਦਾਂ ਅਰੇਂਜਮੈਂਟ, ਇਹਦਾ ਮਤਲਬ 3 ਪੋਸੀਬਲ ਅਰੇਂਜਮੈਂਟ ਹੁੰਦੀ ਹਮੇਸ਼ਾ 6। ਠੀਕ ਆ। ਹੁਣ ਜੋ ਸਾਨੂੰ ਗਿਵਨ ਸੀਗਾ ਇੱਥੇ ਉਹ ਕੀ ਸੀਗਾ 1 1 10। ਜਦੋਂ ਆਪਾਂ ਇਹਦਾ ਰੈਸੀਪ੍ਰੋਕਲ ਲੈਂਦੇ ਹਾਂ 1/1 ਕੀ ਹੋ ਗਿਆ 1, 1/1 ਕੀ ਹੋ ਗਿਆ 1, 1/0 ਕੀ ਹੋ ਗਈ ਇਨਫਿਨਿਟੀ। ਠੀਕ ਹੈ, ਇਹਦਾ ਮਤਲਬ ਮਾਈਲਰ ਇੰਡਸਿਸ ਦੇ ਸਾਡੇ ਕੋਲ ਕੀ ਬਣ ਜਾਣਗੇ ਇਫੈਕਟਸ A B ਅਤੇ C। ਠੀਕ ਹੈ ਜੀ, ਯਾਨੀ ਕਿ H K ਅਤੇ L। ਫਿਰ ਆਪਾਂ ਆ ਗਏ ਤੀਸਰੇ ਕੇਸ ਦੇ ਵਿੱਚ, ਜਿੱਥੇ ਮੰਨ ਲਓ ਕਿ ਫੋਰ ਐਗਜ਼ਾਮਪਲ ਅਸੀਂ ਕੰਸੀਡਰ ਕਰਦੇ ਹਾਂ 2 0 0 ਵਾਲਾ ਫੈਕਟਰ, 200 ਵਾਲਾ। 2 0 0 ਦਾ ਮਤਲਬ ਕੀ ਹੋ ਗਿਆ H K ਅਤੇ L, ਭਾਵੇਂ A B C ਲੈ ਲਓ ਕੋਈ ਚੱਕਰ ਨਹੀਂ। ਆਹ ਆਪਾਂ ਨੂੰ ਪਤਾ, ਫਿਰ 2 ਹੋ ਗਿਆ, ਅਗਲਾ 0 ਅਗਲਾ 0। ਠੀਕ ਆ। ਹੁਣ ਮੈਂ ਪਹਿਲਾਂ ਇਹ ਵਾਲਾ ਹਿੱਸਾ ਡਰਾਅ ਕਰਨਾ। ਪਹਿਲੇ ਆਪਾਂ 3 ਡਾਇਮੈਂਸ਼ਨ ਸਿਸਟਮ ਲਿਆ, ਉਹਦੇ 'ਚ ਇੱਕ ਕਿਊਬ ਕੰਸੀਡਰ ਕੀਤੀ, ਆਪਾਂ ਨੂੰ ਪਹਿਲਾਂ ਪਤਾ। ਹੁਣ ਉਹਦਾ ਸੈਂਟਰ ਕੰਸੀਡਰ ਕਰਨਾ ਕਿਊਬ ਦਾ। ਠੀਕ ਆ, ਉਹ ਹੋ ਗਿਆ 2 0 0। 2 0 0 ਹੁਣ ਉਹ ਕਿੱਦਾਂ ਆ, ਇੱਥੇ ਪੁਆਇੰਟ 1 ਹੁੰਦਾ। ਠੀਕ ਆ, ਅਤੇ ਜਿਹੜਾ ਉਹਦਾ ਅਗਲਾ ਹਿੱਸਾ ਹੋ ਗਿਆ 2 ਅੱਗੇ 3 ਅੱਗੇ 4 ਲਾਈਕ ਦੈਟ। ਇੱਧਰ ਕੋਈ ਨਹੀਂ ਹੈਗਾ ਅਤੇ ਇੱਧਰ ਵੀ ਕੋਈ ਨਹੀਂ ਹੈ, ਦੈਟਸ ਵਾਈ 2 0 0 ਹੋ ਗਿਆ। ਸਭ ਤੋਂ ਪਹਿਲਾਂ ਜਦੋਂ ਆਪਾਂ ਕੋਆਰਡੀਨੇਟ ਲਿਖਦੇ ਹਾਂ ਉਹਦੇ ਬਾਅਦ ਆਪਾਂ ਕੀ ਕਰਦੇ ਹਾਂ ਉਹਦਾ ਰੈਸੀਪ੍ਰੋਕਲ। 1/2 ਦਾ ਰੈਸੀਪ੍ਰੋਕਲ ਕਰੋਗੇ 1/2 ਹੀ ਰਹਿ ਗਿਆ। 1/0 ਦਾ ਇਨਫਿਨਿਟੀ, 1/0 ਇਨਫਿਨਿਟੀ। ਉਹਦੇ ਬਾਅਦ ਨੈਕਸਟ ਕੇਸ ਆ ਗਿਆ 2 2 0 ਵਾਲਾ। ਇਹਦਾ ਮਤਲਬ H ਕੀ ਆ 2, K ਕੀ ਆ 2, L ਕੀ ਆ 0। ਠੀਕ ਆ। ਜੇ ਆਪਣੇ ਕੋਲ ਇੱਧਰ 2 ਪੁਆਇੰਟ ਆ ਸਿਰਫ H ਅਤੇ K, H ਕਿੱਥੇ ਹੁੰਦਾ ਹੁਣ X 'ਤੇ ਅਤੇ K ਕਿੱਥੇ ਹੁੰਦਾ ਹੁਣ Y 'ਤੇ। ਆਹ ਕੋਈ ਫੈਕਟਰ ਹੀ ਨਹੀਂ ਹੈਗਾ, ਇਹਦਾ ਮਤਲਬ ਸਿਰਫ ਆਹ ਵਾਲਾ ਹਿੱਸਾ ਕੰਸੀਡਰ ਕਰਾਂਗੇ ਇੱਕ ਫੇਸ ਜਸਟ। ਠੀਕ ਹੈ, ਜਦੋਂ ਆਪਾਂ ਇੱਕ ਫੇਸ ਕਰਦੇ ਹਾਂ ਮਾਈਲਰ ਇੰਡਸਿਸ ਕੀ ਬਣਨਗੀਆਂ, ਰੈਸੀਪ੍ਰੋਕਲ ਕਰ ਦਿਓ 1/2 1/2 1/0। 1/2 1/2 ਐਜ਼ ਇਟ ਇਜ਼ ਰਹਿ ਗਿਆ ਅਤੇ ਆ ਕੀ ਹੋ ਗਿਆ ਇਨਫਿਨਿਟੀ। ਅੱਛਾ, ਹੁਣ 1/2 ਦਾ ਮਤਲਬ ਕੀ ਆ ਹਾਫ, ਸਿਰਫ ਅੱਧਾ ਹਿੱਸਾ, ਫੇਸ ਦਾ ਵੀ ਅੱਧ, ਐ ਫੇਸ ਦਾ ਵੀ ਅੱਧ। ਠੀਕ ਹੈ। ਹੁਣ ਆਪਣੇ ਕੋਲ ਤੀਸਰੀ ਕੈਟਾਗਰੀ ਆ ਗਈ, ਉਹ ਕੀ ਆ ਜਦੋਂ 2 ਬਣ ਗਿਆ, 3 ਵਾਰੀ 2 ਹੋ ਗਿਆ, ਤਾਂ ਮਤਲਬ ਇੱਥੇ ਕੀ ਬਣ ਗਿਆ H K ਅਤੇ L। ਰੈਸੀਪ੍ਰੋਕਲ ਕਰ ਲਈਏ ਪਹਿਲਾਂ ਉਹਦਾ, ਤਾਂ ਕੀ ਹੋ ਗਿਆ ਹਾਫ ਹਾਫ। ਇਹਦਾ ਮਤਲਬ ਆਪਾਂ ਫਿਰ 3D ਸਿਸਟਮ ਦੇ ਵਿੱਚ ਇੱਕ ਕਿਊਬ ਕੰਸੀਡਰ ਕੀਤੀ ਅਤੇ ਹੁਣ ਕਿਊਬ ਦੇ 3 ਐਕਸਿਸ ਦਾ ਹਾਫ ਕਰਨਾ ਫੇਸ ਦੇ ਅੰਦਰ। ਫਰੰਟ ਫੇਸ ਦੇ ਅੰਦਰ ਜਦੋਂ ਤੁਸੀਂ ਕਰੋਗੇ ਹਾਫ ਤੋਂ ਇੱਕ ਨਿੱਕੀ ਜਿਹੀ ਟਰੈਂਗਲ ਬਣ ਜਾਣੀ, ਉਹ ਗਿਆ ਸ਼ੇਡਡ ਏਰੀਆ। ਠੀਕ ਆ, ਇਹ ਆਪਾਂ ਕੱਢਤੀ ਮਾਈਲਰ ਇੰਡਸਿਸ ਕਾਹਦੀ 2 2 ਅਤੇ 2 ਦੇ ਲਈ। ਹੁਣ ਇਹਦੀ ਥੋੜ੍ਹੀ ਕੁ ਰੀਪ੍ਰੈਜੈਂਟੇਸ਼ਨ ਤੁਹਾਨੂੰ ਮੈਂ ਬੁੱਕ ਤੋਂ ਦਿਖਾ ਦਿੰਦੀ ਹਾਂ। ਜਦੋਂ ਆਪਾਂ 1 0 1 ਵਾਲਾ ਕਰਾਂਗੇ, ਇੱਥੇ 0 ਆ, ਆਹ ਵਾਲਾ 1 ਆਪਣੇ ਕੋਲ ਅਤੇ ਆਹ ਵਾਲਾ ਵੀ 0 ਆ, ਆਹ ਵਾਲਾ ਏਰੀਆ ਸ਼ੇਡਡ ਹੋਏਗਾ। ਠੀਕ ਆ, ਕਹਿਣ ਦਾ ਮਤਲਬ ਕੀ ਆ ਐਸ ਐਕਸਿਸ ਕੀ ਆ ਆਪਣੇ ਕੋਲ 0, ਵਾਈ ਵਾਲਾ ਇਕੱਲਾ ਹੈਗਾ ਸੀ, ਉਹ ਕੀ ਹੋ ਗਿਆ 1, ਅਤੇ ਇੱਥੇ ਵੀ ਕੱਖ ਨਹੀਂ ਹੈਗਾ, ਇਹਦਾ ਮਤਲਬ ਆ ਬਣ ਗਈ। ਜਦੋਂ ਸਾਡੇ ਕੋਲ 1 0 0 ਇਹਦਾ ਮਤਲਬ ਇਕੱਲਾ ਐਕਸ ਵਾਲਾ ਵਾ, ਵਾਈ ਵਾਲਾ ਕੁਝ ਨਹੀਂ ਹੈਗਾ, ਜ਼ੈਡ ਵਾਲਾ ਵੀ ਨਹੀਂ ਹੈਗਾ, ਫਿਰ ਫਰੰਟ ਫੇਸ ਜਿਹੜਾ ਉਹ ਸ਼ੇਡਡ ਹੋਏਗਾ। ਠੀਕ ਹੈ। ਸਿਮਿਲਰਲੀ ਸਾਡੇ ਕੋਲ ਅਦਰ ਕੈਟਾਗਰੀਜ਼ ਬਣਨਗੀਆਂ। ਜੇ ਮੰਨ ਲਓ ਇੱਧਰ ਮੇਰੇ ਕੋਲ 1 1 0 ਹੈ, ਹੁਣ 1 ਇਹਦਾ ਵੀ ਲੈਣਾ ਵਾ ਅਤੇ ਵਾਈ ਵਾਲਾ ਵੀ ਲੈਣਾ, ਜ਼ੈਡ ਵਾਲਾ ਨਹੀਂ ਲੈਣਾ। ਆਹ ਪੋਰਸ਼ਨ ਜਦੋਂ 200 ਲੈਂਦੇ ਹੋ, ਮੈਂ ਤੁਹਾਨੂੰ ਅੱਗੇ ਵੀ ਦੱਸਿਆ 2 ਦਾ ਮਤਲਬ ਦੋਨਾਂ ਦਾ ਆਪਾਂ ਸੈਂਟਰ ਚੱਕ ਰਹੇ ਹਾਂ, ਤਿੰਨੋਂ ਲਾਈਨਸ ਦਾ, ਇਹਦਾ ਵੀ ਸੈਂਟਰ, ਇਹਦਾ ਵੀ ਔਰ ਇਹਦਾ ਵੀ। ਠੀਕ ਹੈ, ਇਹਦਾ ਕੀ ਮਤਲਬ ਹੋਇਆ, ਇਹਦਾ ਸੈਕਿੰਡ ਪੁਆਇੰਟ, ਇਹਦਾ ਕੋਈ ਨਹੀਂ ਅਤੇ ਇਹਦਾ ਕੋਈ ਨਹੀਂ। ਸਿਮਿਲਰਲੀ ਜਦੋਂ ਆਪਣੇ ਕੋਲ 100 ਆਉਂਦਾ, 100 ਦਾ ਮਤਲਬ ਕੀ ਹੋ ਗਿਆ, 100 ਦਾ ਮਤਲਬ ਆਪਾਂ ਫਸਟ ਲਾਈਨ 'ਤੇ ਪੁਆਇੰਟ ਲੈ ਰਹੇ ਹਾਂ। ਠੀਕ ਹੈ, ਵਾਈ ਐਕਸਿਸ 'ਤੇ ਵੀ ਕੋਈ ਪੁਆਇੰਟ ਨਹੀਂ ਅਤੇ ਜ਼ੈਡ ਐਕਸਿਸ 'ਤੇ ਵੀ ਕੋਈ ਨਹੀਂ। ਜਦੋਂ ਆਪਾਂ ਐਕਸ ਐਕਸਿਸ 'ਤੇ ਲੈਂਦੇ ਹਾਂ, ਬੇਸਿਕਲੀ ਆਹ ਐਕਸ ਐਕਸਿਸ ਅਤੇ ਉੱਧਰ ਨੂੰ ਵੀ ਐਕਸ ਐਕਸਿਸ ਹੀ ਆ, ਅਤੇ ਆਹ ਵਾਲਾ ਏਰੀਆ ਆਪਾਂ ਸ਼ੇਡਡ ਕਰਾਂਗੇ। ਠੀਕ ਆ। ਜਦੋਂ ਆਪਾਂ ਲੈਂਦੇ ਹਾਂ 1 ਹੁਣ ਜਦੋਂ ਆਪਾਂ 2 ਲਿਆ ਸੀ, ਉਦੋਂ ਸਿਰਫ ਛੋਟਾ ਜਿਹਾ ਏਰੀਆ ਜਿਹੜਾ ਸੀ ਉਹ ਆਪਾਂ ਸ਼ੇਡਡ ਕੀਤਾ ਸੀ। ਜਦੋਂ 1 ਲੈਂਦੇ ਉਹਦੇ ਇੱਕ ਪ੍ਰੋਪਰ ਟਰਾਈਐਂਗਲ ਬਣਨੀ ਆ। ਉਹ ਕਿਉਂ ਬਣਨੀ ਆ, ਇੱਕ ਕੋਆਰਡੀਨੇਟ ਇਹਦਾ ਲੈ ਲਿਆ,
एक ही ਇਹਦਾ ਵਾ ਤੇ ਇੱਕ ਹੀ ਇਹਦਾ, ਤਿੰਨਾਂ ਦਾ ਇੱਕ ਇੱਕ ਕੋਆਰਡੀਨੇਟ ਹੈ ਤਾਂ ਮਤਲਬ 1 1 ਹੋ ਗਏ। ਠੀਕ ਹੈ, ਜਿੱਥੇ ਜਾ ਕੇ ਮੀਟ ਕਰੋਗੇ ਇੱਕ ਟ੍ਰਾਇੰਗਲ ਬਣ ਜਾਏਗੀ ਆਟੋਮੈਟਿਕਲੀ। ਸੋ ਇਹਦੇ ਵਿੱਚ ਨੀਚੇ ਦਿੱਤਾ ਵੀ ਹੋਇਆ ਕਿ ਇੱਧਰ ਦੇਖੋ ਦੀ ਪਲੇਨ 2 2 6 ਐਂਡ 1 1 3 ਰਿਪਰੈਜ਼ੈਂਟ ਕਰਦੇ ਆ ਸੇਮ ਪਲੇਨ ਨੂੰ। ਕਿੱਦਾਂ 2 2 ਤੇ 6 ਆ ਨਾ, ਠੀਕ ਆ। ਇੱਧਰ ਕੀ ਆ 1 1 ਤੇ 3। ਹੁਣ ਆਪਣੇ ਕੋਲ ਕੀ ਆ, ਆਪਾਂ ਕਹਿ ਤਾ ਵੀ ਇਹ ਦੋਵੇਂ ਇੱਕ ਸੇਮ ਪਲੇਨ ਨੂੰ ਰਿਪਰੈਜ਼ੈਂਟ ਕਰਦੇ ਆ। ਉਹਦਾ ਕੀ ਮਤਲਬ ਹੈ ਕਿ ਰੇਸ਼ੋ ਆਫ ਇੰਡਸਿਸ ਦੀ ਹਮੇਸ਼ਾ ਕੀ ਹੋਏਗੀ ਆਪਣੇ ਕੋਲ ਇੰਪੋਰਟੈਂਟ ਹੋਏਗੀ। ਜੇ ਤੁਸੀਂ ਇਹਨਾਂ ਦੇ ਰੈਸੀਪ੍ਰੋਕਲ ਕਰ ਦਿੰਦੇ ਹੋ, ਠੀਕ ਆ, ਜਾਂ ਇਹਨਾਂ ਦੀ ਰੇਸ਼ੋ ਲੈਂਦੇ ਹੋ ਤਾਂ ਇਕੁਅਲ ਹੁੰਦੀ ਹਮੇਸ਼ਾ। ਉਹਦਾ ਕੀ ਮਤਲਬ ਹੋਇਆ, ਸਿੰਪਲ ਜੀ ਗੱਲ ਸਮਝਣੀ ਆ ਕਿ ਜੇ ਮੰਨ ਲਓ ਅਸੀਂ ਕ੍ਰਿਸਟਲ ਦੀਆਂ ਡਾਇਰੈਕਸ਼ਨਸ ਦਿੰਦੇ ਹਾਂ, ਠੀਕ ਆ, ਉਹਨੂੰ ਲਿਖੀਦਾ HK ਤੇ L, ਪਰ ਉਹ ਕਦੇ ਵੀ ਪੈਰਲਲ ਨਹੀਂ ਹੁੰਦੀਆਂ ਸਿਮੀਲਰ ਕ੍ਰਿਸਟਲ ਦੇ। ਠੀਕ ਆ, ਇੱਕ ਚੀਜ਼ ਜਦੋਂ ਅਸੀਂ ਕਹਿੰਦੇ ਅਸੀਂ ਫੈਮਿਲੀ ਆਫ ਪਲੇਨਸ ਲੈ ਲਏ HK ਤੇ L, ਠੀਕ ਆ, ਉਹ ਹਮੇਸ਼ਾ ਇੰਪੋਰਟੈਂਟ ਰਹਿਣਗੇ। ਕਿਉਂ? ਕਿਉਂਕਿ ਉਹਨਾਂ ਨੇ ਨੰਬਰ ਆਫ ਪਲੇਨਸ ਨੂੰ ਡਿਫਾਈਨ ਕਰਨਾ। ਇਹ ਸੀਗੇ ਮਾਈਲਰ ਇੰਡਸਿਸ ਦਾ ਪੂਰਾ ਕੌਨਸੈਪਟ ਅਤੇ ਉਹਦੇ ਇੰਪੋਰਟੈਂਟ ਫੀਚਰਸ। ਇਸ ਯੂਨਿਟ ਦੇ ਵਿੱਚੋਂ ਸਭ ਤੋਂ ਇੰਪੋਰਟੈਂਟ ਆਰਟੀਕਲ ਜੇ ਮਾਈਲਰ ਇੰਡਸਿਸ ਦਾ। ਅੱਗੇ ਜਾ ਕੇ 2 ਕ੍ਰਿਸਟਲ ਆ ਜਾਣਗੇ, ਸਟਰਕਚਰਸ ਆ ਜਾਣਗੀਆਂ। ਇਹੀ 2 ਕੁਐਸਚਨ ਬਣਨੇ ਇਸ ਯੂਨਿਟ 'ਚੋਂ। ਹੋਪ ਸੋ ਤੁਹਾਨੂੰ ਕਲੀਅਰ ਹੋਣਗੇ। ਥੈਂਕ ਯੂ।